ਹੈਲੋ ਡੀਅਰਸ, ਇਸ ਵੀਡੀਓ ਵਿੱਚ ਅਸੀਂ ਕਲਾਸ 10th ਚੈਪਟਰ 2 ਪੋਲੀਨੋਮੀਅਲ ਦੇ ਨਾਲ ਰਿਲੇਟਡ ਟੌਪਿਕ ਡਿਸਕਸ ਕਰਾਂਗੇ। ਸਾਡਾ ਟੌਪਿਕ ਆ ਰਿਲੇਸ਼ਨ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਆਫ ਅ ਪੋਲੀਨੋਮੀਅਲ। ਓਕੇ, ਜ਼ੀਰੋ ਅਤੇ ਕੋਫੀਸ਼ੀਐਂਟ ਦਾ ਕੀ ਰਿਲੇਸ਼ਨ ਆ ਉਹ ਅਸੀਂ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੋਫੀਸ਼ੀਐਂਟ ਆਫ ਅ ਪੋਲੀਨੋਮੀਅਲ। ਕੋਫੀਸ਼ੀਐਂਟ ਕੀ ਹੁੰਦੇ ਆ ਪੋਲੀਨੋਮੀਅਲ ਦੇ। ਐਗਜ਼ਾਮਪਲ ਦੇ ਲਈ ਮੈਂ ਇੱਕ ਕੁਆਡਰੇਟਿਕ ਪੋਲੀਨੋਮੀਅਲ ਦੀ ਐਗਜ਼ਾਮਪਲ ਲਿਖਦਾ, ਜਰਨਲ ਫਾਰਮ ਲਿਖੀ ਅਸੀਂ। ਤਾਂ ਹੁਣ ਜੇਕਰ ਮੈਂ ਤੁਹਾਨੂੰ ਪੁੱਛਦਾ ਕੋਫੀਸ਼ੀਐਂਟ ਆਫ ਐਕਸ ਸਕੇਅਰ, ਕੋਫੀਸ਼ੀਐਂਟ ਆਫ ਐਕਸ ਸਕੇਅਰ, ਕੋਫੀਸ਼ੀਐਂਟ ਆਫ ਐਕਸ ਸਕੇਅਰ ਕੀ ਹੋਊਗਾ, ਵਿਚ ਇਜ਼ ਏ। ਮਤਲਬ ਐਕਸ ਸਕੇਅਰ ਦੇ ਨਾਲ ਵੇਰੀਏਬਲ ਦੇ ਨਾਲ ਜਿਹੜਾ ਨੰਬਰ ਮਲਟੀਪਲਾਈ ਹੋ ਰਿਹਾ ਸੀ ਉਸ ਨੂੰ ਕੀ ਬੋਲਦੇ ਆ, ਕੋਫੀਸ਼ੀਐਂਟ। ਸੈਕੰਡ ਲਿਖਿਆ ਮੈਂ ਬੀ ਐਕਸ, ਤਾਂ ਕੋਫੀਸ਼ੀਐਂਟ ਆਫ ਐਕਸ, ਐਕਸ ਦਾ ਕੋਫੀਸ਼ੀਐਂਟ ਕੀ ਆ, ਬੀ। ਦੈਨ ਦਿਸ ਵਨ, ਇੱਥੇ ਤਾਂ ਕੋਈ ਐਕਸ ਨਹੀਂ ਲਿਖੀ ਹੋਈ ਤਾਂ ਅਸੀਂ ਇਸ ਨੂੰ ਕੀ ਬੋਲਦੇ ਹਾਂ, ਕੌਨਸਟੈਂਟ ਟਰਮ। ਤਾਂ ਕੌਨਸਟੈਂਟ ਟਰਮ ਕੀ ਆ ਸਾਡੇ ਕੋਲੇ, ਸੀ। ਓਕੇ, ਤਾਂ ਇਸ ਤਰੀਕੇ ਦੇ ਨਾਲ ਅਸੀਂ ਕੋਫੀਸ਼ੀਐਂਟ ਦੱਸ ਸਕਦੇ ਹਾਂ। ਮੈਂ ਇੱਕ ਐਗਜ਼ਾਮਪਲ ਹੋਰ ਲਿਖਦਾ, 2x ਸਕੁਆਇਰ ਪਲੱਸ 4x ਪਲੱਸ 5। ਤਾਂ ਸਭ ਤੋਂ ਪਹਿਲਾਂ ਮੈਂ ਪੁੱਛਦਾ ਕੋਫੀਸ਼ੀਐਂਟ ਆਫ ਐਕਸ ਸਕੁਆਇਰ। ਐਕਸ ਸਕੁਆਇਰ ਦਾ ਕੋਫੀਸ਼ੀਐਂਟ ਕੀ ਆ, ਕੋਫੀਸ਼ੀਐਂਟ ਆਫ ਐਕਸ ਸਕੁਆਇਰ। ਐਕਸ ਸਕੁਆਇਰ ਦਾ ਕੋਫੀਸ਼ੀਐਂਟ ਮਤਲਬ ਐਕਸ ਸਕੁਆਇਰ ਨਾਲ ਕਿਹੜਾ ਨੰਬਰ ਮਲਟੀਪਲਾਈ ਹੋ ਰਿਹਾ, ਕਿਹੜਾ ਨੰਬਰ ਮਲਟੀਪਲਾਈ ਹੋ ਰਿਹਾ, 2, ਤਾਂ 2 ਆ ਗਿਆ। ਦੈਨ ਕੋਫੀਸ਼ੀਐਂਟ ਆਫ ਐਕਸ, ਐਕਸ ਦਾ ਕੋਫੀਸ਼ੀਐਂਟ ਕੀ ਆ, 4। ਦੈਨ ਕੌਨਸਟੈਂਟ ਟਰਮ ਸਾਡੇ ਕੋਲ ਕੀ ਆ, 5। ਓਕੇ, ਤਾਂ ਇਸ ਤਰੀਕੇ ਨਾਲ ਅਸੀਂ ਕੋਫੀਸ਼ੀਐਂਟ ਦੱਸ ਸਕਦੇ ਹਾਂ। ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ ਅਸੀਂ, ਇਹ ਸਾਡੀ ਸੈਕੰਡ ਐਗਜ਼ਾਮਪਲ ਸੀ। ਇਹ ਫਸਟ ਅਸੀਂ ਜਨਰਲ ਫਾਰਮ ਡਿਸਕਸ ਕੀਤੀ ਸੀ। ਥਰਡ 5x ਪਲੱਸ 4। ਓਕੇ, ਹੁਣ ਮੈਂ ਤੁਹਾਨੂੰ ਪੁੱਛਦਾ ਕੋਫੀਸ਼ੀਐਂਟ ਆਫ ਐਕਸ ਸਕੁਆਇਰ, ਐਕਸ ਸਕੁਆਇਰ ਦਾ ਕੋਫੀਸ਼ੀਐਂਟ ਕੀ ਹੋਊਗਾ। ਇਹਦੇ ਵਿੱਚ ਦੇਖੋ ਐਕਸ ਸਕੁਆਇਰ ਕਿੱਥੇ ਆ, ਇਸ ਪੋਲੀਨੋਮੀਅਲ ਦੇ ਵਿੱਚ ਐਕਸ ਸਕੁਆਇਰ ਹੈ ਨਹੀਂ। ਇਟ ਮੀਨਸ ਜੇ ਅਸੀਂ ਐਕਸ ਸਕੁਆਇਰ ਲਿਖਣਾ ਹੋਵੇ ਤਾਂ ਅਸੀਂ ਉਸ ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ, 0 ਦੇ ਨਾਲ। ਬਿਕੋਜ਼ 0 ਨਾਲ ਮਲਟੀਪਲਾਈ ਕੀਤਾ ਤਾਂ ਹੀ ਇਹ ਟਰਮ ਖਤਮ ਹੋ ਗਈ, ਇਹ ਟਰਮ ਸਾਨੂੰ ਗਿਵਨ ਨਹੀਂ ਸੀ। ਤਾਂ ਜੇਕਰ ਸਾਡੇ ਕੋਲ ਕੋਈ ਟਰਮ ਗਿਵਨ ਨਹੀਂ ਹੈ ਤੇ ਉਸਦਾ ਅਸੀਂ ਕੋਫੀਸ਼ੀਐਂਟ ਲਿਖ ਰਹੇ ਹਾਂ ਤਾਂ ਕੀ ਹੋਊਗਾ, 0। ਦੈਨ ਕੋਫੀਸ਼ੀਐਂਟ ਆਫ ਐਕਸ, ਐਕਸ ਦਾ ਕੋਫੀਸ਼ੀਐਂਟ ਕੀ ਆਊਗਾ, 5। ਦੈਨ ਕੌਨਸਟੈਂਟ ਟਰਮ, ਤਾਂ ਕੌਨਸਟੈਂਟ ਟਰਮ ਸਾਡੇ ਕੋਲ ਕੀ ਰਹਿਣੀ ਆ, 4। ਓਕੇ, ਅੰਡਰਸਟੈਂਡ। ਤਾਂ ਇਹ ਸਾਡਾ ਸੀ ਕੋਫੀਸ਼ੀਐਂਟ ਆਫ ਪੋਲੀਨੋਮੀਅਲ। ਨੈਕਸਟ ਅਸੀਂ ਗੱਲ ਕਰਦੇ ਹਾਂ ਜ਼ੀਰੋਜ਼ ਆਫ ਪੋਲੀਨੋਮੀਅਲ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੇ ਹਾਂ ਜ਼ੀਰੋ ਆਫ ਪੋਲੀਨੋਮੀਅਲ ਕੀ ਆ, ਕਿ ਐਕਸ ਦੀਆਂ ਜਾਂ ਵੇਰੀਏਬਲ ਦੀਆਂ ਵੈਲਿਊਜ਼ ਜਿਹੜੀਆਂ ਜਦੋਂ ਅਸੀਂ ਪੋਲੀਨੋਮੀਅਲ 'ਚ ਪੁੱਟ ਕਰਦੇ ਹਾਂ ਤਾਂ ਉਸ ਨੂੰ ਕੀ ਬਣਾ ਦਿੰਦੀਆਂ ਨੇ, 0 ਬਣਾ ਦਿੰਦੀਆਂ ਨੇ। ਤਾਂ ਉਸ ਵੈਲਿਊਜ਼ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਜ਼ੀਰੋਜ਼ ਆਫ ਪੋਲੀਨੋਮੀਅਲ। ਓਕੇ, ਫੋਰ ਐਗਜ਼ਾਮਪਲ x ਮਾਈਨਸ 2 ਆ, ਇਹ ਤੁਹਾਡੇ ਕੋਲ ਕੋਈ ਪੋਲੀਨੋਮੀਅਲ ਆ, ਤਾਂ ਮੈਂ x ਦੀ ਕਿਹੜੀ ਵੈਲਿਊ ਪੁੱਟ ਕਰਾਂ ਕਿ ਇਸ ਪੋਲੀਨੋਮੀਅਲ ਨੂੰ 0 ਬਣਾ ਦੇ। ਤਾਂ ਤੁਸੀਂ ਕੀ ਪੁੱਟ ਕਰ ਦੋਗੇ ਇੱਥੇ x ਦੀ ਥਾਂ ਤੇ 2। ਜਦੋਂ ਅਸੀਂ x2 ਪੁੱਟ ਕਰ ਦਾਂਗੇ ਤਾਂ ਇੱਥੇ ਕੀ ਬਣ ਜੂ, x2 ਮਾਈਨਸ 2 0। ਓਕੇ, ਤੇ 0 ਫਾਈਂਡ ਆਊਟ ਕਰਨ ਦੇ ਲਈ ਮੈਂ ਤੁਹਾਨੂੰ ਦੱਸਤਾ ਸੀ, ਇਹ ਕੁਐਸਚਨ ਤਾਂ ਬੜਾ ਆਸਾਨ ਸੀ, ਈਜ਼ੀਲੀ ਅਸੀਂ ਦੱਸਤਾ। ਕਿਸੇ ਹੋਰ ਕੁਐਸਚਨ ਦੇ ਵਿੱਚ ਜੇ ਅਸੀਂ 0 ਫਾਈਂਡ ਆਊਟ ਕਰਨਾ ਹੋਵੇ ਤਾਂ ਅਸੀਂ ਕੀ ਕਰਦੇ ਹਾਂ, px ਨੂੰ ਇਕੁਅਲ ਟੂ 0 ਰੱਖ ਦਿੰਦੇ ਹਾਂ। ਓਕੇ, ਮਤਲਬ x ਮਾਈਨਸ 2 ਨੂੰ ਜਦੋਂ ਇਕੁਅਲ ਟੂ 0 ਰੱਖਾਂਗੇ ਤਾਂ ਇੱਥੋਂ x ਦੀ ਵੈਲਿਊ ਆ ਗਈ। ਇਸ ਤਰੀਕੇ ਨਾਲ ਅਸੀਂ 0 ਫਾਈਂਡ ਆਊਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਲੀਨੀਅਰ ਪੋਲੀਨੋਮੀਅਲ ਦੀ ਜਰਨਲ ਫਾਰਮ ਕੀ ਆ, ax ਪਲੱਸ b ਐਂਡ a ਕੈਨੋਟ ਇਕੁਅਲ ਟੂ 0। ਇਹ ਆਲਰੇਡੀ ਅਸੀਂ ਡਿਸਕਸ ਕੀਤਾ ਕਿ a 0 ਦੀ ਇਕੁਅਲ ਕਿਉਂ ਨਹੀਂ ਹੋਊਗਾ। ਜੇਕਰ a 0 ਦੀ ਇਕੁਅਲ ਹੋ ਗਿਆ ਤਾਂ ਇਹ ਟਰਮ ਕੈਂਸਲ ਹੋ ਜੂ, ਇਕੱਲੀ b ਰਹਿ ਜੂ। b ਇੱਕ ਕੌਨਸਟੈਂਟ ਆ ਤਾਂ ਅਸੀਂ ਉਸਨੂੰ ਕੌਨਸਟੈਂਟ ਪੋਲੀਨੋਮੀਅਲ ਬੋਲਦੇ ਹਾਂ। ਤਾਂ ਸਾਡੇ ਕੋਲ ਕੀ ਚਾਹੀਦਾ, ਲੀਨੀਅਰ ਪੋਲੀਨੋਮੀਅਲ ਦੇ ਲਈ ਕੀ ਆ, x ਤੁਹਾਡੇ ਕੋਲ ਹੋਣੀ ਜ਼ਰੂਰੀ ਹੈ। ਤੇ x ਦੀ ਇੱਥੇ ਪਾਵਰ ਕਿੰਨੀ ਹੈ, ਹਾਈਐਸਟ ਪਾਵਰ ਕਿੰਨੀ ਆ, 1। ਅੰਡਰਸਟੈਂਡ। ਇਹਦੀਆਂ ਅਸੀਂ ਐਗਜ਼ਾਮਪਲ ਵੀ ਲਿਖੀਆਂ ਸੀ, ਐਗਜ਼ਾਮਪਲ ਲਿਖ ਸਕਦੇ ਹਾਂ ਜਿਵੇਂ 2x ਪਲੱਸ 4। ਓਕੇ, ਇਹ ਕਿਹੜੀ ਪੋਲੀਨੋਮੀਅਲ ਆ, ਲੀਨੀਅਰ ਪੋਲੀਨੋਮੀਅਲ ਆ। 5x ਪਲੱਸ 4 ਵਿਚ ਇਜ਼ ਆਲਸੋ ਲੀਨੀਅਰ ਪੋਲੀਨੋਮੀਅਲ। ਇਹਦੀਆਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਉਣਗੀਆਂ, ਜਿੰਨੀ ਪੋਲੀਨੋਮੀਅਲ ਦੀ ਡਿਗਰੀ ਹੋਊਗੀ, ਉਨੀਆਂ ਹੀ ਨੰਬਰ ਆਫ ਜ਼ੀਰੋਜ਼ ਹੋਣਗੀਆਂ। ਡਿਗਰੀ ਮਤਲਬ ਜਿੰਨੀ x ਦੀ ਹਾਈਐਸਟ ਪਾਵਰ ਹੋਊਗੀ। ਇੱਥੇ x ਦੀ ਹਾਈਐਸਟ ਪਾਵਰ 1, ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਉਣਗੀਆਂ, 1। ਕੁਆਡਰੇਟਿਕ ਇਕੁਏਸ਼ਨ 2x ਸਕੁਆਇਰ ਪਲੱਸ 4x ਪਲੱਸ 5। ਓਕੇ, ਇੱਥੇ x ਦੀ ਹਾਈਐਸਟ ਪਾਵਰ ਕਿੰਨੀ ਆ, 2। x ਦੀ ਹਾਈਐਸਟ ਪਾਵਰ ਕਿੰਨੀ ਆ, 2। ਤਾਂ ਜਦੋਂ x ਦੀ ਪਾਵਰ ਹਾਈਐਸਟ ਪਾਵਰ 2 ਹੋਵੇ, ਮੀਨਸ ਡਿਗਰੀ 2 ਹੋਵੇ, ਤਾਂ ਅਸੀਂ ਉਸ ਨੂੰ ਕੀ ਬੋਲਦੇ ਹਾਂ, ਕੁਆਡਰੇਟਿਕ ਪੋਲੀਨੋਮੀਅਲ। ਤਾਂ ਅਸੀਂ ਜਰਨਲ ਫਾਰਮ ਲਿਖਣੀ ਸੀ ਵਿਚ ਇਜ਼ ax ਸਕੁਆਇਰ ਪਲੱਸ bx ਪਲੱਸ c ਐਂਡ a ਕੈਨੋਟ ਇਕੁਅਲ ਟੂ 0। a 0 ਦੀ ਇਕੁਅਲ ਨਹੀਂ ਹੋਊਗਾ
जेकर a इक्वल टू 0 हो गया तो टर्म तुहाडी कैंसल हो जू, कला bx प्लस c रह जू, तो किहड़ी फॉर्म बन गई लीनियर फॉर्म। तां करके a कदे भी 0 ਦੀ इक्वल नहीं होना चाहिए। ओके दैन ਇੱਥੇ x ਦੀ ਹਾਈਐਸਟ ਪਾਵਰ ਕਿੰਨੀ ਆ 2, ਤਾਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਣਗੀਆਂ 2। ਨੰਬਰ ਆਫ ਜ਼ੀਰੋਜ਼ ਦਾ ਮਤਲਬ ਕੀ ਆ, ਇੱਥੇ x ਦੀਆਂ ਸਾਡੇ ਕੋਲ 2 ਵੈਲਿਊਜ਼ ਆਣਗੀਆਂ। ਸਪੋਜ਼ ਮੈਂ ਲਿਖ ਲੈਣਾ ਫਸਟ ਵੈਲਿਊ ਨੂੰ ਅਸੀਂ ਅਲਫਾ ਲਿਖ ਲੈਂਦੇ ਆ, ਸੈਕੰਡ ਨੂੰ ਬੀਟਾ। ਅਲਫਾ ਬੀਟਾ ਮੈਂ ਤਾਂ ਲੈਟ ਕੀਤਾ ਕਿਉਂਕਿ ਅਸੀਂ ਸਮ ਦੇ ਵਿੱਚ ਅਲਫਾ ਬੀਟਾ ਲੈਟ ਕਰ ਲੈਂਦੇ ਆ। ਓਕੇ ਜਿਹੜੀਆਂ ਜ਼ੀਰੋਜ਼ ਹੋਣਗੀਆਂ ਫਸਟ ਜ਼ੀਰੋ ਨੂੰ ਅਲਫਾ, ਸੈਕੰਡ ਨੂੰ ਬੀਟਾ ਲੈਟ ਕਰ ਲੈਂਦੇ ਆ, ਤੇ ਇੱਥੇ x ਦੀਆਂ ਸਾਡੇ ਕੋਲ 2 ਵੈਲਿਊਜ਼ ਆਣਗੀਆਂ। ਓਕੇ ਸਪੋਜ਼ ਕੋਈ 2 ਹੋ ਸਕਦਾ, ਕੋਈ x ਦੀ ਵੈਲਿਊ 5 ਹੋ ਸਕਦੀ ਹੈ, 2 ਵੈਲਿਊਜ਼ ਆਣਗੀਆਂ। ਅੰਡਰਸਟੈਂਡ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿਊਬਿਕ ਪੋਲੀਨੋਮੀਅਲ। ਕਿਊਬਿਕ ਪੋਲੀਨੋਮੀਅਲ 3x ਕਿਊਬ ਪਲਸ 4x ਸਕੁਅਰ ਪਲਸ 5x ਪਲਸ 3। x ਦੀ ਹਾਈਐਸਟ ਪਾਵਰ ਕਿੰਨੀ ਆ 3, ਜੇ x ਦੀ ਹਾਈਐਸਟ ਪਾਵਰ 3 ਹੈ ਤਾਂ ਅਸੀਂ ਉਸਨੂੰ ਕੀ ਬੋਲਦੇ ਹਾਂ ਕਿਊਬਿਕ ਪੋਲੀਨੋਮੀਅਲ। ਮਤਲਬ ਡਿਗਰੀ ਕਿੰਨੀ ਆ ਤੁਹਾਡੇ ਕੋਲੇ 3, ਜੇ ਡਿਗਰੀ 3 ਹੈ ਇਟ ਮੀਨਸ ਕਿਊਬਿਕ ਪੋਲੀਨੋਮੀਅਲ। ਇਸ ਦੀ ਜਰਨਲ ਫਾਰਮ ਕਿਸ ਤਰ੍ਹਾਂ ਦੀ ਹੋਊ ax ਕਿਊਬ ਪਲਸ bx ਸਕੁਅਰ plus cx plus d and a cannot equal to 0। okay ਤਾਂ ਇੱਥੇ x ਦੀ ਹਾਈਐਸਟ ਪਾਵਰ 3 ਆ, ਤਾਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਣਗੀਆਂ 3। ਓਕੇ ਤੇ ਬੇਸਿਕ ਕਨਸੈਪਟ ਸੀ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਪਹਿਲਾਂ ਅਸੀਂ ਡਿਸਕਸ ਕੀਤਾ ਸੀ ਕੋਫੀਸ਼ੀਐਂਟ। ਕੋਫੀਸ਼ੀਐਂਟ ਸਾਰੇ ਬੱਚਿਆਂ ਨੂੰ ਸਮਝ ਲੱਗ ਗਿਆ ਹੋ ਕਿ ਕੋਫੀਸ਼ੀਐਂਟ ਕੀ ਆ, ਕੋਫੀਸ਼ੀਐਂਟ ਕਿਸ ਤਰੀਕੇ ਨਾਲ ਫਾਈਂਡ ਆਊਟ ਕਰਦੇ ਆ। ਦੈਨ ਜ਼ੀਰੋ ਆਫ ਪੋਲੀਨੋਮੀਅਲ, ਲੀਨੀਅਰ ਪੋਲੀਨੋਮੀਅਲ ਦੀਆਂ ਨੰਬਰ ਆਫ ਜ਼ੀਰੋਜ਼ 1 ਹੋਣਗੀਆਂ। ਕੁਆਡਰੇਟਿਕ ਪੋਲੀਨੋਮੀਅਲ ਕਿਉਂਕਿ x ਦੀ ਪਾਵਰ ਕਿੰਨੀ ਆ ਹਾਈਐਸਟ 2 ਆ, ਤੇ ਨੰਬਰ ਆਫ ਜ਼ੀਰੋਜ਼ 2 ਹੋਣਗੀਆਂ। ਕਿਊਬਿਕ ਪੋਲੀਨੋਮੀਅਲ ਦੇ ਵਿੱਚ x ਦੀ ਹਾਈਐਸਟ ਪਾਵਰ 3 ਆ, ਤੇ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋਣਗੀਆਂ 3। ਨੰਬਰ ਆਫ ਜ਼ੀਰੋਜ਼ ਦਾ ਮਤਲਬ ਕੀ ਆ ਕਿ x ਦੀਆਂ ਵੈਲਿਊਜ਼ ਕਿੰਨੀਆਂ ਹੋਣਗੀਆਂ, x ਦੀਆਂ ਵੈਲਿਊਜ਼ ਕਿੰਨੀਆਂ ਹੋਣਗੀਆਂ, ਜਿਹੜੀਆਂ ਇਹ ਵੈਲਿਊਜ਼ ਹੋਣਗੀਆਂ ਜਦੋਂ ਅਸੀਂ ਇਸ ਪੋਲੀਨੋਮੀਅਲ ਦੇ ਵਿੱਚ ਪੁੱਟ ਕਰਾਂਗੇ ਤਾਂ ਉਸ ਨੂੰ ਕੀ ਬਣਾ ਦੇਣਗੀਆਂ 0। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੁਆਡਰੇਟਿਕ ਪੋਲੀਨੋਮੀਅਲ। ਕੁਆਡਰੇਟਿਕ ਪੋਲੀਨੋਮੀਅਲ ax ਸਕੁਅਰ ਪਲਸ bx ਪਲਸ c ਐਂਡ a ਨਾਟ ਇਕੁਅਲ ਟੂ 0। ਇਹ ਅਸੀਂ ਆਲਰੇਡੀ ਡਿਸਕਸ ਕਰ ਲਿਆ ਕਿ ਕੁਆਡਰੇਟਿਕ ਪੋਲੀਨੋਮੀਅਲ ਦੀਆਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਹੋਣਗੀਆਂ 2, ਨੰਬਰ ਆਫ ਜ਼ੀਰੋਜ਼। ਓਕੇ ਹੁਣ ਨੰਬਰ ਆਫ ਜ਼ੀਰੋਜ਼ ਲੈਟ ਕਰ ਲੈਂਦੇ ਹਾਂ ਅਸੀਂ ਫਸਟ ਅਲਫਾ ਐਂਡ ਸੈਕੰਡ ਇਜ਼ ਬੀਟਾ। ਇਸ ਨੂੰ ਅਲਫਾ ਬੋਲਦੇ ਹਾਂ, ਇਸ ਨੂੰ ਅਸੀਂ ਬੀਟਾ ਬੋਲਦੇ ਹਾਂ, ਅਲਫਾ ਐਂਡ ਬੀਟਾ ਇਸ ਤਰੀਕੇ ਨਾਲ। ਠੀਕ ਹੈ ਅਲਫਾ ਐਂਡ ਬੀਟਾ। ਹੁਣ ਕੀ ਰਿਲੇਸ਼ਨ ਆ ਸਮ ਆਫ ਜ਼ੀਰੋਜ਼, ਸਮ ਆਫ ਜ਼ੀਰੋਜ਼, ਜ਼ੀਰੋਜ਼ ਦਾ ਸਮ ਕਿਹਦੀ ਇਕੁਅਲ ਹੋਊਗਾ। ਮੈਂ ਇੱਥੇ ਲਿਖ ਰਿਹਾ ਧਿਆਨ ਨਾਲ ਸਮਝਿਓ। ਤਾਂ ਮੈਂ ਇੱਥੋਂ ਪਹਿਲਾਂ ਸ਼ਾਰਟਕਟ ਲਿਖ ਦਿੰਦਾ ਮਾਈਨਸ ਬੀ ਓਵਰ ਏ। ਬੀ ਕੀ ਹੈ ਤੁਹਾਡੇ ਕੋਲੇ, ਕਿਹਦਾ ਕੋਫੀਸ਼ੀਐਂਟ ਆ x ਦਾ, ਤਾਂ ਅਸੀਂ ਲਿਖਾਂਗੇ ਮਾਈਨਸ ਕੋਫੀਸ਼ੀਐਂਟ ਆਫ x, ਕੋਫੀਸ਼ੀਐਂਟ ਆਫ x ਡਿਵਾਈਡ ਬਾਈ ਕੋਫੀਸ਼ੀਐਂਟ ਆਫ x ਸਕੁਅਰ। ਇਹ ਕਿਹਦਾ ਕੋਫੀਸ਼ੀਐਂਟ ਸੀ x ਸਕੁਅਰ। ਓਕੇ ਤਾਂ ਮਤਲਬ ਜਿਹੜੇ ਤੁਹਾਡੇ ਕੋਲ ਜ਼ੀਰੋਜ਼ ਹੋਣਗੀਆਂ ਜੇਕਰ ਤੁਸੀਂ ਉਹਨਾਂ ਦਾ ਸਮ ਕਰ ਦਿੰਦੇ ਹੋ, ਸਮ ਆਫ ਜ਼ੀਰੋਜ਼ ਲਿਖਿਆ ਸੀ, ਇੱਥੇ ਅਸੀਂ ਲਿਖ ਵੀ ਸਕਦੇ ਹਾਂ, ਲਿਖਾਂਗੇ ਵੀ ਸਮ ਆਫ ਜ਼ੀਰੋਜ਼ ਮੀਨਸ ਅਲਫਾ ਪਲਸ ਬੀਟਾ ਇਜ਼ ਇਕੁਅਲ ਟੂ ਇਹੀ ਰਿਲੇਸ਼ਨ ਲਿਖ ਦੇਣਾ ਤੁਸੀਂ ਮਾਈਨਸ ਬੀ ਓਵਰ ਏ। ਓਕੇ ਤਾਂ ਅਲਫਾ ਪਲਸ ਬੀਟਾ ਜਿਹੜੀਆਂ ਤੁਸੀਂ ਜ਼ੀਰੋਜ਼ ਫਾਈਂਡ ਆਊਟ ਕਰੋਗੇ ਜੇਕਰ ਤੁਸੀਂ ਉਹਨਾਂ ਦਾ ਸਮ ਕਰ ਦਿੰਦੇ ਹੋ ਕਿਹਦੀ ਇਕੁਅਲ ਆਊਗਾ। ਅਸੀਂ ਸ਼ਾਰਟਕਟ ਵੀ ਇਹ ਚੀਜ਼ ਚੈੱਕ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਕੋਫੀਸ਼ੀਐਂਟ ਕਿ ਕਿਹਦੀ ਇਕੁਅਲ ਹੋਊਗਾ ਇਹ ਮਾਈਨਸ ਬੀ ਓਵਰ ਏ। ਬੀ ਕੀ ਆ ਕੋਫੀਸ਼ੀਐਂਟ ਆਫ x ਆ, ਏ ਕੀ ਆ ਕੋਫੀਸ਼ੀਐਂਟ ਆਫ x ਸਕੁਅਰ ਆ। ਸਿਮਿਲਰ ਪ੍ਰੋਡਕਟ ਆਫ ਜ਼ੀਰੋਜ਼, ਪ੍ਰੋਡਕਟ ਆਫ ਜ਼ੀਰੋਜ਼, ਪ੍ਰੋਡਕਟ ਆਫ ਜ਼ੀਰੋਜ਼ ਕਿਹਦੀ ਇਕੁਅਲ ਹੋਊਗਾ, ਇਹ ਕਿਹਦੀ ਇਕੁਅਲ ਹੋਊਗਾ c ਓਵਰ ਏ। c ਓਵਰ ਏ, c ਕੀ ਆ ਤੁਹਾਡੇ ਕੋਲ ਕੌਨਸਟੈਂਟ ਟਰਮ, ਕੌਨਸਟੈਂਟ ਟਰਮ ਐਂਡ ਇਹ ਕੀ ਆ ਤੁਹਾਡੇ ਕੋਲ ਅਗੇਨ ਕੋਫੀਸ਼ੀਐਂਟ ਆਫ x ਸਕੁਅਰ। ਓਕੇ ਅਸੀਂ ਕੀ ਲਿਖਿਆ ਪ੍ਰੋਡਕਟ ਆਫ ਜ਼ੀਰੋਜ਼, ਪ੍ਰੋਡਕਟ ਆਫ ਜ਼ੀਰੋਜ਼ ਇੱਕ ਜ਼ੀਰੋ ਤੁਹਾਡੇ ਕੋਲ ਅਲਫਾ ਸੀ, ਸੈਕੰਡ ਜ਼ੀਰੋ ਕੀ ਹੈ ਬੀਟਾ, ਤਾਂ ਅਸੀਂ ਇਸਨੂੰ ਲਿਖ ਲਾਂਗੇ ਅਲਫਾ ਇੰਟੂ ਬੀਟਾ। ਮਤਲਬ ਉਹਨਾਂ ਦਾ ਪ੍ਰੋਡਕਟ ਕਿਹਦੀ ਇਕੁਅਲ ਹੋਊਗਾ c ਓਵਰ ਏ ਕੌਨਸਟੈਂਟ ਟਰਮ ਓਵਰ ਕੋਫੀਸ਼ੀਐਂਟ ਆਫ x ਸਕੁਅਰ। ਦੇਖੋ ਯਾਦ ਰੱਖਣਾ ਬੜਾ ਆਸਾਨ ਆ, ਓਵਰ 'ਚ ਤਾਂ x ਸਕੁਅਰ ਹੈ ਨਾ, ਕੋਫੀਸ਼ੀਐਂਟ ਆਫ x ਸਕੁਅਰ ਆ, ਜਾਂ ਤੁਸੀਂ ਇੱਥੇ ਯਾਦ ਰੱਖ ਸਕਦੇ ਹੋ ਓਵਰ 'ਚ ਤਾਂ a ਆ। ਸਟਾਰਟਿੰਗ ਤੇ ਕੀ ਸੀ ਕੋਫੀਸ਼ੀਐਂਟ ਆਫ x, ਕੋਫੀਸ਼ੀਐਂਟ ਆਫ x ਦਾ ਕੋਫੀਸ਼ੀਐਂਟ ਉਹਦੇ ਅੱਗੇ ਕਾਹਦਾ ਸਾਈਨ ਲਾ ਦੇਣਾ ਮਾਈਨਸ ਦਾ। ਦੈਨ ਕੌਨਸਟੈਂਟ ਟਰਮ ਲਾਸਟ ਤੇ ਤੀਜੇ ਨੰਬਰ ਤੇ ਕੌਨਸਟੈਂਟ ਟਰਮ ਸੀ ਨਾ, ਅਸੀਂ ਲਾਸਟ ਤੇ ਕੌਨਸਟੈਂਟ ਟਰਮ ਲਿਖ ਲਈ, ਜਾਂ ਹੋਰ ਵੀ ਯਾਦ ਰੱਖ ਸਕਦੇ ਹੋ ਇਸ ਨੂੰ ਇੱਕ ਤਰੀਕੇ ਨਾਲ। ਅਪੌਨ 'ਚ ਤਾਂ ਇਹ ਲਿਖ ਲਈ, ਏ ਤੋਂ ਬਾਅਦ ਬੀ, ਏ ਤੋਂ ਬਾਅਦ ਬੀ ਇੱਥੇ ਲਿਖ ਲਈ ਮਾਈਨਸ ਦਾ ਸਾਈਨ, ਬੀ ਤੋਂ ਬਾਅਦ ਥਰਡ ਲੈਟਰ ਸੀ, ਸੀ ਸੈਕੰਡ ਥਿੰਗ ਸੈਕੰਡ ਵਾਰ ਲਿਖਤਾ ਸੀ। ਓਕੇ ਤਾਂ ਇਸ ਤਰੀਕੇ ਨਾਲ ਅਸੀਂ ਕੁਆਡਰੇਟਿਕ ਪੋਲੀਨੋਮੀਅਲ ਦੀਆਂ ਜਿਹੜੀਆਂ ਜ਼ੀਰੋ ਸੀਗੀਆਂ ਤੇ ਕੋਫੀਸ਼ੀਐਂਟ ਸੀਗੇ
ਉਹਨਾਂ ਦਾ ਕੀ ਰਿਲੇਸ਼ਨ ਹੈ ਡਿਸਕਸ ਕੀਤਾ। ਓਕੇ, ਤਾਂ ਮੈਂ ਦੁਬਾਰਾ ਰਿਪੀਟ ਕਰ ਦੇਣਾ। ਪਹਿਲਾਂ ਅਸੀਂ ਗੱਲ ਕੀਤੀ ਸੀ ਸਮ ਆਫ ਜ਼ੀਰੋ, ਜਿਹੜੀਆਂ ਜ਼ੀਰੋਜ਼ ਹੋਣਗੀਆਂ ਸਪੋਜ਼ ਅਲਫਾ ਐਂਡ ਬੀਟਾ, ਉਹਨਾਂ ਦਾ ਸਮ ਕਿਹਦੀ ਇਕੁਅਲ ਹੋਊਗਾ ਇਜ਼ ਇਕੁਅਲ ਟੂ ਮਾਈਨਸ ਪੀ ਓਵਰ ਏ, ਐਂਡ ਉਹਨਾਂ ਦਾ ਪ੍ਰੋਡਕਟ ਕਿਹਦੀ ਇਕੁਅਲ ਹੋਊਗਾ, ਪ੍ਰੋਡਕਟ ਮੀਨਸ ਅਲਫਾ ਇੰਟੂ ਬੀਟਾ ਸੀ ਓਵਰ ਏ। ਓਕੇ, ਨੈਕਸਟ ਅਸੀਂ ਡਿਸਕਸ ਕਰਦੇ ਹਾਂ ਐਕਸਰਸਾਈਜ਼ ਦੇ ਵਿੱਚੋਂ ਕੁਐਸਚਨ ਫਸਟ ਦਾ ਫਸਟ ਪਾਰਟ। ਓਕੇ, ਫਸਟ ਪਾਰਟ ਅਸੀਂ ਸੋਲਵ ਕਰਕੇ ਦੇਖਦੇ ਹਾਂ। ਫਸਟ ਪਾਰਟ 'ਚ ਕੀ ਦਿੱਤਾ ਸਾਨੂੰ, ਐਕਸ ਸਕੁਆਇਰ ਮਾਈਨਸ 2x ਮਾਈਨਸ 8। फाइंड आउट की करना, फाइंड द जीरो ऑफ द फॉलोइंग क्वाड्रेटिक पॉलीनोमियल। पहले तो असं जीरोज फाइंड आउट करनी है, दैन वेरीफाई द रिलेशन बिटवीन द जीरोज एंड कोफिशिएंट। दैन असं रिलेशन की करना, वेरीफाई करना बिटवीन जीरोज एंड कोफिशिएंट का। ठीक है, सब तो पहले असं जीरोज फाइंड आउट करते हैं। जीरो किवें फाइंड आउट करते सी, असं सब तो पहले देखते हैं इस नंबर नूं, ये की है तुहाडे कोल -2, साइन भी नाल लिखना हुंदा -2। इट मीनस तुहाडे कोल ਇਹਨੂੰ ਕੀ ਬੋਲਦੇ ਸੀ ਅਸੀਂ ਸਮ ਕਿੰਨਾ ਆ ਗਿਆ -2। ਇਹ ਕੀ ਹੈ ਤੁਹਾਡੇ ਕੋਲ ਪ੍ਰੋਡਕਟ ਕਿੰਨਾ ਤੁਹਾਡੇ ਕੋਲ -8। ਓਕੇ, ਹੁਣ ਅਸੀਂ 2 ਨੰਬਰ ਚੂਜ਼ ਕਰਨੇ ਆ, 2 ਨੰਬਰ ਚੂਜ਼ ਕਰਨੇ ਆ ਜਿਨ੍ਹਾਂ ਦਾ ਪ੍ਰੋਡਕਟ ਤਾਂ -8 ਹੋਵੇ ਬਟ ਉਹਨਾਂ ਦਾ ਸਮ ਕਿੰਨਾ ਹੋਵੇ -2। ਇਹ ਕਿਉਂ ਕਰ ਰਹੇ ਹਾਂ ਅਸੀਂ, ਕਿਉਂਕਿ ਅਸੀਂ ਕੀ ਫਾਈਂਡ ਆਊਟ ਕਰਨੀ ਆ, ਜ਼ੀਰੋ ਫਾਈਂਡ ਆਊਟ ਕਰਨ ਦਾ ਇਹ ਮੈਥਡ ਸੀ। ਅਸੀਂ ਦੇਖਦੇ ਹਾਂ ਵੀ 2 ਨੰਬਰ ਸੋਚਣੇ ਆ ਜਿਨ੍ਹਾਂ ਦਾ ਅਸੀਂ ਪ੍ਰੋਡਕਟ ਕਰਨ ਵੇਲੇ ਸਾਡੇ ਕੋਲ -8 ਆਵੇ ਤੇ ਸਮ ਕਰਨ ਵੇਲੇ ਤੁਹਾਡੇ ਕੋਲ -2 ਆਵੇ। उसके लिए तुसीं चैक करना 8 किहड़े टेबल च आउंदा, 8 किहड़े नंबर के टेबल च आउंदा। 1 के टेबल च आउंदा 1 × 8 8, 2 4 दा 8, 3 के टेबल च नहीं आउंदा, 4 के टेबल च आउंदा, रिपीट हो जू, यही नंबर हो जू 4 × 2 हो जू, करके लिखण की लोड़ नहीं। फिर 8 के टेबल च आउंदा 8 × 1, ये भी सिमिलर तुहाडे कोल उपर होगा। इट मीन बस फस्ट 2 तो देखो प्रोडक्ट का सानू पता लग गया, 2 नंबर आ 1 एंड 8 है, 2 एंड 4 आ, जिन्होंने मल्टीप्लाई करके 8 आ रहा। ओके, बट असीं नाल की चैक करना उन्होंने सम कितना आउंदा होवे -2। देखो 8 - 1 या 8 + 1, ये 2 बन जाएंगे। 8 + 1 कर लो या 8 - 1, इत्थे 9 हो जू, इत्थे 7 हो जू। इट मीनस ये 2 नंबर तो हो नहीं सकते। 2 एंड 4 नूं चैक करो, 4 + 2 हो सकता या 4 - 2 हो सकता। ठीक है, असीं 2 पहला भी लिख सकते हैं, इवें भी लिख सकते हैं 2 + 4 या 2 - 4। ओके, ये साइन नूं तुसीं लास्ट ते देखना। पहला तुसीं चैक करो नंबर 2 बनता, इत्थे 6 बनया, इत्थे 2 बनया, जिस दे अकॉर्डिंग चैक करूँ 6 - 2। ओके, इट मीनस 4 एंड 2 दो नंबर ने जिन्होंने सबट्रैक्ट करे या ऐड करे तो साढ़े कोल 2 आ रहा। ਅਸੀਂ ਕਹਿ ਸਕਦੇ ਹਾਂ -2 ਆ ਰਿਹਾ। ਅਸੀਂ ਕਿਹੜੇ 2 ਨੰਬਰ ਚੂਜ਼ ਕਰਨੇ ਆ ਇੱਥੇ 2 ਐਂਡ 4। ਤੇ ਕਿਸ ਤਰੀਕੇ ਨਾਲ ਲਿਖਦੇ ਸੀ ਅਸੀਂ ਇਸ ਨੂੰ, x² - 4 - 2x - 8। ਤੁਸੀਂ ਇਸ ਤਰੀਕੇ ਨਾਲ ਇਸ ਨੂੰ ਬ੍ਰੈਕਟ ਦੇ ਵਿੱਚ ਲਿਖ ਸਕਦੇ ਹੋ, ਕਿਉਂਕਿ ਸਾਡੇ ਕੋਲ -2 ਚਾਹੀਦਾ ਸੀ, ਮਾਈਨਸ ਦਾ ਸਾਈਨ ਐਜ਼ ਇਟ ਲਿਖ ਲਿਆ ਸੀ। 4 - 2 ਕਿੰਨਾ ਹੁੰਦਾ, 2 ਹੁੰਦਾ, ਤੇ 2 ਆ ਜੂ ਸਾਡੇ ਕੋਲ। ਇੱਥੇ ਇਸ ਨੂੰ ਸੋਲਵ ਨਹੀਂ ਕਰਨਾ, 4 - 2 ਕਰਕੇ 2 ਨਹੀਂ ਲਿਖ ਦੇਣਾ, 2 ਤਾਂ ਆਲਰੇਡੀ ਸੀ, ਅਸੀਂ ਇਸ ਨੂੰ ਲਿਖਿਆ 4 - 2। ਤਾਂ ਹੁਣ ਅਸੀਂ ਇਸ ਨੂੰ ਓਪਨ ਕਰਾਂਗੇ, x ਇਸ ਨਾਲ ਲੱਗ ਜੂ 4x, ਤੇ ਮਾਈਨਸ ਮਾਈਨਸ ਪਲੱਸ, ਜਦੋਂ ਬ੍ਰੈਕਟ ਤੋਂ ਬਾਹਰ ਇੱਕ ਮਾਈਨਸ ਦਾ ਸਾਈਨ ਹੋਵੇ ਤਾਂ ਸਾਈਨ ਅਸੀਂ ਚੇਂਜ ਕਰ ਦਿੰਦੇ ਹਾਂ, -+ +2x - 8। x ਇਸ ਚੋਂ ਕੋਮਨ ਲੈ ਲਾਂਗੇ ਤਾਂ ਕੀ ਆ ਜੂ x - 4। ਇੱਥੇ ਕੀ ਕੋਮਨ ਪਿਆ, ਦੋਵੇਂ ਟਰਮਾਂ ਦੇ ਵਿੱਚ 2 ਕੋਮਨ ਪਿਆ, ਇੱਥੇ ਕੀ ਆ ਗਿਆ x - 4। 8 ਦੇ 4 2 ਦੇ ਟੇਬਲ 'ਚ 8 ਕਿੰਨੇ ਤੇ ਆਉਂਦਾ 4 ਤੇ। ਠੀਕ ਆ, ਇੱਥੋਂ ਕੀ ਆ ਗਿਆ x - 4 ਦੈਨ x ਪਲੱਸ। ਤੁਸੀਂ ਇਸ ਨੂੰ ਪੋਲੀਨੋਮੀਅਲ ਵੀ ਲੈਟ ਕਰ ਸਕਦੇ ਹੋ, px ਦੇ ਇਕੁਅਲ ਲਿਖ ਸਕਦੇ ਹੋ ਕਿ ਇਹ ਤੁਹਾਡੇ ਕੋਲ ਇੱਕ ਪੋਲੀਨੋਮੀਅਲ ਆ। ਜੇ ਨਾ ਲਿਖੋਗੇ ਤਾਂ ਵੀ ਠੀਕ ਆ, ਤੁਸੀਂ ਲਿਖ ਵੀ ਸਕਦੇ ਹੋ। ਓਕੇ, ਮੈਂ ਲਿਖਤਾ ਤਾਂ ਕਿ ਜ਼ਿਆਦਾ ਅੰਡਰਸਟੈਂਡ ਹੋਵੇ। ਇਹ ਹੋ ਗਿਆ। ਹੁਣ ਅਸੀਂ ਕੀ ਫਾਈਂਡ ਆਊਟ ਕਰਨੀਆਂ ਸੀ, ਜ਼ੀਰੋਸ। ਮੈਂ ਤੁਹਾਨੂੰ ਦੱਸਿਆ ਸੀ ਜ਼ੀਰੋ ਫਾਈਂਡ ਆਊਟ ਕਰਨ ਦੇ ਲਈ ਅਸੀਂ px ਨੂੰ ਕਿਹਦੇ ਕੋਲ ਲਿਖ ਲਾਂਗੇ, ਜ਼ੀਰੋ ਦੇ। px ਨੂੰ ਇਕੁਅਲ ਟੂ 0 ਲਿਖਿਆ ਮੀਨਸ x - 4 ਜਾਂ x + 2 = 0। ਇਹਦਾ ਮਤਲਬ ਕੀ ਆ ਕਿ ਦੋ ਨੰਬਰਾਂ ਨੂੰ ਅਸੀਂ ਮਲਟੀਪਲਾਈ ਕਰ ਰਹੇ ਹਾਂ ਤੇ ਆਨਸਰ ਕੀ ਆ ਰਿਹਾ 0। ਇਹ ਉਦੋਂ ਹੀ ਪੋਸੀਬਲ ਹੈ ਜੇਕਰ ਉਹਨਾਂ ਦੇ ਵਿੱਚੋਂ ਇੱਕ ਨੰਬਰ 0 ਹੋਵੇ। ਤਾਂ ਅਸੀਂ ਕੀ ਲੈਟ ਕਰ ਲਾਂਗੇ, ਜਾਂ ਤਾਂ x - 4 = 0 ਹੋਊਗਾ ਜਾਂ x + 2 = 0 ਹੋਊਗਾ। ਇਟ ਮੀਨਸ x ਦੀ ਵੈਲੂ 4 ਆ ਗਈ ਐਂਡ x ਦੀ ਵੈਲੂ ਕਿੰਨੀ ਆ ਗਈ -2 ਆ ਗਈ। ਓਕੇ, x ਦੀਆਂ ਸਾਡੇ ਕੋਲ 2 ਵੈਲੂਜ਼ ਆ ਗਈਆਂ, 2 ਜ਼ੀਰੋਜ਼ ਆ ਗਈਆਂ। ਅਸੀਂ ਕਿਹਾ ਸੀ ਨਾ ਕਿ ਕੁਆਡਰੇਟਿਕ ਜੇਕਰ ਪੋਲੀਨੋਮੀਅਲ ਆ, x ਦੀ ਹਾਈਐਸਟ ਪਾਵਰ 2 ਆ, ਤਾਂ ਉੱਥੇ 2 ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਉਣਗੀਆਂ 2, ਤਾਂ 2 ਜ਼ੀਰੋਜ਼ ਆ ਗਈਆਂ। ਅਸੀਂ ਇਹ ਵੀ ਕਿਹਾ ਸੀ ਫਸਟ ਤੁਹਾਡੇ ਕੋਲ ਅਲਫਾ ਹੋਊਗੀ, ਇੱਥੇ ਹੁਣ ਦੇਖਿਆ ਵੀ ਅਲਫਾ ਕਿੰਨਾ 4 ਆ ਐਂਡ ਬੀਟਾ ਕਿੰਨਾ -2। ਓਕੇ, ਚਾਹੇ ਤੁਸੀਂ ਅਲਫਾ ਨੂੰ -2 ਲਿਖ ਲਓ, ਬੀਟਾ ਨੂੰ 4 ਲਿਖ ਲਓ, ਸੇਮ ਮੀਨਿੰਗ ਆ। ਓਕੇ, ਨਾਓ ਅਸੀਂ ਫਾਈਂਡ ਆਊਟ ਕਰਦੇ ਹਾਂ ਰਿਲੇਸ਼ਨ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟ। ਜ਼ੀਰੋਜ਼ ਤੇ ਕੋਫੀਸ਼ੀਐਂਟ ਦੇ ਵਿੱਚ ਕੀ ਰਿਲੇਸ਼ਨ,
सब तो पहला असीं लिखिया सी सम ऑफ जीरोस। सम ऑफ जीरोस किहदे इक्वल लिखिया सी असीं कोफिशिएंट ऑफ एक्स ओवर कोफिशिएंट ऑफ एक्स स्क्वायर। स्टार्टिंग ते की काहदा साइन सी माइनस दा, जे तुसीं इस नूं ये भी लिख सकदे सी माइनस बी ओवर ए। ओके हुण सम चैक करो पहला सम ऑफ जीरो की आ 1 is 4 एंड सैकेंड इज -2। सॉल्व करके कितना आ जाऊगा 4 - 2 2। नाउ कोफिशिएंट के अकॉर्डिंग चेक करते हैं। बी की वैल्यू चेक करो, बी की वैल्यू कितनी सी -2 ओवर ए कितनी आ ए इत्थे कोई नंबर नहीं लिखा, इट मीनस ए कितनी आ 1, ए कितनी आ 1 2 ओवर 1। ਜਾਂ ਤੁਸੀਂ ਇੱਥੋਂ ਲਿਖ ਲਓ ਕੋਫੀਸ਼ੀਐਂਟ ਆਫ x, x ਦਾ ਕੋਫੀਸ਼ੀਐਂਟ ਕੀ ਸੀ -2 ਕੋਫੀਸ਼ੀਐਂਟ ਆਫ x ਸਕੁਅਰ। ਜੇਕਰ x ਸਕੁਅਰ ਦੇ ਅੱਗੇ ਕੋਈ ਨੰਬਰ ਨਹੀਂ ਲਿਖਿਆ ਨਾ ਇਟ ਮੀਨਸ ਕੋਫੀਸ਼ੀਐਂਟ ਕੀ ਹੈ ਤੁਹਾਡਾ 1, 0 ਨਹੀਂ ਲਿਖ ਦੇਣਾ, ਕੀ ਹੈ ਇੱਥੇ 1। ਤਾਂ ਮਾਈਨਸ ਮਾਈਨਸ ਪਲੱਸ 2 ਇਟ ਮੀਨਸ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਤਾਂ ਸਮ ਆਫ ਜ਼ੀਰੋਸ ਤਾਂ ਸਾਡਾ ਵੈਰੀਫਾਈ ਹੋ ਗਿਆ। ਨਾਓ ਅਸੀਂ ਵੈਰੀਫਾਈ ਕਰਾਂਗੇ ਪ੍ਰੋਡਕਟ ਆਫ ਜ਼ੀਰੋਸ। ਪ੍ਰੋਡਕਟ ਆਫ ਜ਼ੀਰੋਸ ਕਿਸ ਦੀ ਇਕੁਅਲ ਸੀ ਕਾਂਸਟੈਂਟ ਟਰਮ ओवर कोफिशिएंट ऑफ एक्स स्क्वायर, ਜਾਂ ਅਸੀਂ ਇਸ ਨੂੰ ਕੀ ਲਿਖ ਸਕਦੇ ਸੀ c ਓਵਰ a। ਓਕੇ ਨਾਓ ਅਸੀਂ ਚੈੱਕ ਕਰਦੇ ਹਾਂ ਪ੍ਰੋਡਕਟ ਸਾਡੇ ਕੋਲ ਅਲਫਾ ਕਿੰਨਾ 4 ਬੀਟਾ ਕਿੰਨਾ -2। ਸੋਲਵ ਕਰਕੇ ਇਸ ਨੂੰ ਕੀ ਆਨਸਰ ਆ ਗਿਆ, ਮੈਂ ਉੱਪਰ ਲਿਖ ਦਿੰਦਾ ਇੱਥੇ ਟੌਪ ਤੇ। ਇਸ ਨੂੰ ਸੋਲਵ ਕਰਕੇ ਆ ਗਿਆ -8 ਇਜ਼ ਇਕੁਅਲ ਟੂ c ਓਵਰ a ਜਾਂ ਕਾਂਸਟੈਂਟ ਟਰਮ ਕੀ ਸੀ ਤੁਹਾਡੇ ਕੋਲ -8 ओवर ए कितना ਤੁਹਾਡੇ ਕੋਲ 1, ਜਾਂ ਅਸੀਂ ਕੀ ਕਹਿ ਸਕਦੇ ਹਾਂ ਕੋਫੀਸ਼ੀਐਂਟ ਆਫ x। ਤਾਂ -8 ਇਜ਼ ਇਕੁਅਲ ਟੂ ਮਾਈਨਸ, ਇਹ ਵੀ ਵੈਰੀਫਾਈ ਹੋ ਗਿਆ ਰਿਜ਼ਲਟ। ਤਾਂ ਸਾਡੇ ਦੋਵੇਂ ਰਿਜ਼ਲਟ ਵੈਰੀਫਾਈ ਹੋ ਗਏ। ਤਾਂ ਇਸ ਤਰੀਕੇ ਨਾਲ ਅਸੀਂ ਇਸ ਨੂੰ ਵੈਰੀਫਾਈ ਕਰਦੇ ਹਾਂ। ਓਕੇ ਨੈਕਸਟ ਪਾਰਟ ਤੁਸੀਂ ਸੋਲਵ ਕਰਨਾ ਆਪ, ਥਰਡ ਪਾਰਟ ਵੀ ਸੋਲਵ ਕਰਨਾ। ਇਸ ਨੂੰ ਸੀਕੁਐਂਸ ਦੇ ਵਿੱਚ ਲਿਖ ਲੈਣਾ 6x ਸਕੁਅਰ ਹੈ ਨਾ, ਇਸ ਤੋਂ ਬਾਅਦ x ਵਾਲੀ ਟਰਮ ਚਾਹੀਦੀ ਸੀ ਤਾਂ ਮੈਂ ਪਹਿਲਾਂ -7x ਲਿਖ ਲੂੰ ਦੈਨ -3। ਇੱਥੇ ਸਾਈਨ ਚੇਂਜ ਨਹੀਂ ਕਰ ਦੇਣਾ, -7 ਨੂੰ ਪਲੱਸ ਦੇ 7 ਨਹੀਂ ਲਿਖਦੇ ਨੇ। ਪਲੱਸ ਦੇ 7 ਅਸੀਂ ਕਦੋਂ ਲਿਖਦੇ ਜੇਕਰ ਇਕੁਅਲ ਦਾ ਸਾਈਨ ਹੁੰਦਾ। ਇੱਧਰ ਮਾਈਨਸ ਦੇ 7 ਆ ਅਸੀਂ ਲੈਫਟ ਤੋਂ ਰਾਈਟ ਹੈਂਡ ਸਾਈਡ ਲੈ ਕੇ ਆਉਂਦੇ ਹਾਂ ਤਾਂ ਪਲੱਸ ਦੇ 7x ਲਿਖਦੇ ਹਾਂ। ਇੱਥੇ ਸੇਮ ਨੰਬਰ ਆ, ਸਪੋਜ਼ ਤੁਸੀਂ ਲਿਖਦੇ ਹੋ 2 + 4 + 3 ਤਾਂ ਇਹ ਇੱਥੇ 2 + 3 + 4 ਲਿਖ ਲਓ ਤਾਂ ਆਨਸਰ ਸੇਮ ਰਹਿਣ ਵਾਲਾ, ਕੋਈ ਚੇਂਜ ਨਹੀਂ ਆਊਗਾ। ਤਾਂ ਇੱਥੇ ਕੀ ਲਿਖ ਲੈਣਾ, ਇਸ ਨੂੰ ਇਸ ਤਰੀਕੇ ਨਾਲ ਲਿਖ ਕੇ ਸੋਲਵ ਕਰ ਲੈਣਾ। ਅੰਡਰਸਟੈਂਡ। ਨੈਕਸਟ इसका असीं सैकेंड क्वेश्चन डिस्कस करते हैं। फाइंड द क्वाड्रेटिक पॉलीनोमियल। क्वाड्रेटिक पॉलीनोमियल फाइंड आउट करनी है। इस गिवन नंबर एज द सम एंड प्रोडक्ट इज 0। की गिवन है साडे कोल सम ते प्रोडक्ट जीरोस दा गिवन है। ओके सोल्यूशन गिवन दैट की गिवन है सम कितना गिवन है साडे कोल सम ऑफ जीरोस 1/4 एंड प्रोडक्ट ऑफ जीरोस कितना गिवन है साडे कोल ऑफ जीरोस -1। फाइंड आउट की करना सी, फाइंड आउट करना सी क्वाड्रेटिक पॉलीनोमियल। ओके असी की लिख सकते हैं इसनों, देखो सम ऑफ जीरोस गिवन है, सम ऑफ जीरोस नूं असी की लिखिया सी -b/a, प्रोडक्ट ऑफ जीरोस नूं की लिखिया सी c/a। ओके असी इत्थों वैल्यूज कंपेयर कर सकते हैं। देखो इत्थे की आ 1/4, इत्थे की आ -1 ओनली। ओके ओवर च असी 1 लिख सकते हैं। ਸਾਡੇ ਕੋਲ ਕੀ ਇੱਥੇ b ਦੀ ਵੈल्यू a ਦੀ ਵੈल्यू c ਦੀ ਵੈल्यू a ਦੀ ਵੈल्यू ਇੱਥੋਂ ਅਸੀਂ ਕੰਪੇਅਰ ਕਰਕੇ ਦੱਸ ਸਕਦੇ ਹਾਂ। ਤਾਂ ਸਟਾਰਟਿੰਗ ਤੇ ਚੈੱਕ ਕਰੋ a ਕਾਮਨ ਹੈ, ਇਹ ਕਾਮਨ ਆ ਇਟ ਮੀਨਸ ਡਿਨੋਮੀਨੇਟਰ ਦੋਵਾਂ ਦਾ ਕਾਮਨ ਚਾਹੀਦਾ, ਪਰ ਸਾਡੇ ਕੋਲ ਇੱਥੇ ਸਟਾਰਟਿੰਗ ਤੇ 4 ਆ ਐਂਡ ਸੈਕੰਡ ਤੇ ਸਾਡੇ ਕੋਲ ਕਿੰਨਾ 1 ਆ। ਤਾਂ ਸਭ ਤੋਂ ਪਹਿਲਾਂ ਅਸੀਂ ਇਸ ਡਿਨੋਮੀਨੇਟਰ ਨੂੰ ਸੇਮ ਕਰਾਂਗੇ। ਤਾਂ ਫਸਟ ਐਜ਼ ਇਟ ਲਿਖੀ ਰੱਖਾਂਗੇ, ਸੈਕੰਡ ਦੇ ਵਿੱਚ ਡਿਨੋਮੀਨੇਟਰ ਨੂੰ ਸੇਮ ਕਰਨ ਦੇ ਲਈ 4 ਨਾਲ ਮਲਟੀਪਲਾਈ की हो जो -4/4 c/। तो हम चेक करांगे असी a सेम आ, डिनोमीनेटर भी साडा सेम आ। कंपेयर करके a की वैल्यू कितनी आजू 4, b की वैल्यू कितनी आजूगी, देखो -b की वैल्यू आऊगी 1 बिकॉज इत्थे माइनस का साइन आ एंड c की वैल्यू कितनी आजूगी -4। इत्थों की कह सकते हैं a की वैल्यू 4, b की वैल्यू -1, c की वैल्यू -4। ओके -4। ਹੁਣ देखो ਇਹਨੂੰ ਕੰਪੇਅਰ ਕਿਵੇਂ ਕਰ ਲਿਆ ਬੇਟਾ, ਐਕਚੁਅਲ 'ਚ ਆਪਾਂ ਅਸੀਂ ਇਸ ਨੂੰ ਕੰਪੇਅਰ ਨਹੀਂ ਕਰ ਸਕਦੇ ਸੀ, ਇਸ ਨੂੰ ਅਸੀਂ ਕੰਪੇਅਰ ਨਹੀਂ ਕਰ ਸਕਦੇ ਸੀ ਇਸ ਤਰੀਕੇ ਨਾਲ ਅਸੀਂ ਡਾਇਰੈਕਟ ਵੈਲਿਊਜ਼ ਨਹੀਂ ਲਿਖ ਸਕਦੇ ਸੀ ਬਿਕੋਜ਼ ਇਹ ਰੇਸ਼ੋ ਦੇ ਵਿੱਚ ਗਿਵਨ ਹੈ।
एक रेशो ਦੇ ਵਿੱਚ ਗਿਵਨ ਹੈ ਜਾਂ ਇੱਕ ਡਿਵਾਈਡ ਹੋ ਰਹੇ ਨੇ ਨੰਬਰ, ਤਾਂ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਲਿਖਣਾ ਸੀ? ਅਸੀਂ ਲਿਖਣਾ ਸੀ a is equal to 4k, b is equal to -k and c is equal to -4k, ਬਿਕੋਜ਼ ਇਹ ਨੰਬਰ ਕਿਸੇ ਨਾ ਕਿਸੇ ਨੰਬਰ ਦੇ ਨਾਲ ਕੱਟ ਹੋ ਕੇ ਆਏ ਹੋ ਸਕਦੇ ਨੇ। ਸਪੋਜ਼ ਇੱਥੇ ਹੋ ਸਕਦਾ ਗਾ, ਸਪੋਜ਼ ਮੈਂ ਲਿਖ ਲਾਂ 4/16, ਜੇ ਅਸੀਂ ਇਸ ਨੂੰ ਕੈਂਸਲ ਕਰਤਾ ਤਾਂ ਵੀ 1/4 ਹੋਊਗਾ। ਕੋਈ ਹੋਰ ਨੰਬਰ ਵੀ ਹੋ ਸਕਦਾ, 5/20 ਵੀ ਹੋ ਸਕਦਾ, ਮੀਨਸ ਕਿਸੇ ਨੰਬਰ ਦੇ ਉੱਤੇ ਕੱਟ ਕੀਤੇ ਹੋ ਸਕਦੇ ਆ, ਤਾਂ ਅਸੀਂ ਇਸ ਨੂੰ 4k -bk ਜਾਂ -4k ਵੀ ਲਿਖ ਸਕਦੇ ਹਾਂ। ਚਲੋ ਮੈਂ ਇੱਥੇ ਇਸ ਨੂੰ ਡਾਇਰੈਕਟਲੀ ਲਿਖ ਲੈਣਾ, a 4 ਆ ਗਿਆ, b -1 ਆ ਗਿਆ, c -4 ਆ ਗਿਆ। ਹੁਣ ਸਾਡੇ ਕੋਲ ਕੁਆਡਰੇਟਿਕ ਪੋਲੀਨੋਮੀਅਲ ਕੀ ਹੁੰਦੀ ਆ? ax² + bx + c। ਇਸ ਤੋਂ ਅਸੀਂ ਕੀ ਲਿਖ ਲਾਂਗੇ? a ਦੀ ਵੈਲਿਊ ਪੁੱਟ ਕੀਤੀ 4x², b ਦੀ ਵੈਲਿਊ ਪੁੱਟ ਕੀਤੀ -x, c ਦੀ ਵੈਲਿਊ ਪੁੱਟ ਕੀਤੀ -4। ਓਕੇ, ਤੇ ਤੁਹਾਡੇ ਕੋਲ ਕੁਆਡਰੇਟਿਕ ਪੋਲੀਨੋਮੀਅਲ ਆ ਗਿਆ। ਬਟ ਮੈਂ ਤੁਹਾਨੂੰ ਦੱਸਿਆ ਇੱਥੇ k ਸਾਰਿਆਂ ਦੇ ਵਿੱਚ ਲਿਖਣਾ ਸੀ, ਤਾਂ ਜਰਨਲ ਫਾਰਮ ਕੀ ਹੋਊਗੀ? ਜਿਵੇਂ ਇਸ ਦੀ ਜਰਨਲ ਫਾਰਮ ਲਿਖਣੀ ਹੋਵੇ ਜਾਂ ਅਦਰ ਪੋਲੀਨੋਮੀਅਲਸ ਲਿਖਣੀਆਂ ਹੋਣ, ਤਾਂ ਮੈਂ ਕੀ ਲਿਖ ਦੂੰਗਾ? k 4x² -x -4। ਮੀਨਸ ਇੱਥੇ ਸਾਰੇ ਕਿਤੇ k ਆਉਣੀ ਸੀ, ਇੱਥੇ ਵੀ k ਆ ਜਾਂਦੀ, ਇਸ ਟਰਮ 'ਚ ਵੀ k, ਇਸ ਟਰਮ 'ਚ ਵੀ k ਮੈਂ ਕੌਨਸਟੈਂਟ ਲਿਖ ਲਈ। ਐਂਡ k ਕੀ ਹੈ ਇੱਥੇ? k is any real। ਅੰਡਰਸਟੈਂਡ? ਇਸ ਤਰੀਕੇ ਨਾਲ ਅਸੀਂ ਇਹ ਸਮ ਨੂੰ ਸੋਲਵ ਕਰਨਾ। ਜਿਹੜਾ ਇੱਥੇ ਸਟੈਪ ਅਸੀਂ ਯੂਜ਼ ਕੀਤਾ ਕਿ ਇਹ ਤੁਹਾਡੀ ਸੇਮ ਹੋਣੀ ਚਾਹੀਦੀ ਆ, ਤੁਸੀਂ ਸਮ ਕਰੋਗੇ ਤਾਂ ਬਹੁਤੇ ਸਮ ਦੇ ਵਿੱਚ ਇਹ ਆਲਰੇਡੀ ਗਿਵਨ ਹੁੰਦਾ, ਸੇਮ ਗਿਵਨ ਹੁੰਦਾ ਗਾ, ਤਾਂ ਉੱਥੇ ਤੁਹਾਨੂੰ ਇਹ ਸਟੈਪ ਵੀ ਕਰਨ ਦੀ ਲੋੜ ਨਹੀਂ, ਡਾਇਰੈਕਟ ਵੈਲਿਊਜ਼ ਕੰਪੇਅਰ ਕਰੋ, ਪੁੱਟ ਕਰੋ, ਤੁਹਾਡਾ ਆਨਸਰ ਹੈ। ਓਕੇ, ਤਾਂ ਇਸ ਨੂੰ ਅਸੀਂ ਇੱਕ ਹੋਰ ਮੈਥਡ ਨਾਲ ਵੀ ਕਰ ਸਕਦੇ ਹਾਂ। ਮੈਥਡ ਨੰਬਰ ਸੈਕੰਡ, ਇਹ ਕੀ ਸੀ ਤੁਹਾਡਾ? ਮੈਥਡ ਫਸਟ ਸੀ। ਸੈਕੰਡ ਮੈਥਡ ਕੀ ਆ? ਜਦੋਂ ਤੁਹਾਨੂੰ ਸਮ ਗਿਵਨ ਹੋਵੇ ਐਂਡ ਪ੍ਰੋਡਕਟ ਗਿਵਨ ਹੋਵੇ, ਜਿਵੇਂ ਸਮ ਗਿਵਨ ਸੀ 1/4, ਪ੍ਰੋਡਕਟ ਗਿਵਨ ਸੀ -1, ਤਾਂ ਤੁਸੀਂ ਕੁਆਡਰੇਟਿਕ ਪੋਲੀਨੋਮੀਅਲ ਲਿਖ ਸਕਦੇ ਹੋ। ਕੁਆਡਰੇਟਿਕ ਪੋਲੀਨੋਮੀਅਲ ਕੀ ਹੋਊਗੀ? x² -sx + p। s ਮਤਲਬ ਸਮ, p ਮਤਲਬ ਪ੍ਰੋਡਕਟ। s ਦਾ ਮਤਲਬ ਕੀ ਆ? ਸਮ। p ਦਾ ਮਤਲਬ ਕੀ ਆ? ਪ੍ਰੋਡਕਟ। x² - ਸਮ ਕਿੰਨਾ ਸਾਡੇ ਕੋਲ? 1/4 into x + p ਕਿੰਨਾ ਤੁਹਾਡੇ ਕੋਲ? -1। ਇਸ ਨੂੰ ਮੈਂ ਸੋਲਵ ਕਰੂੰਗਾ, x² -1/4x -1। 4 ਨਾਲ ਜੇਕਰ ਮੈਂ ਮਲਟੀਪਲਾਈ ਕਰਦਾ, 4 ਨਾਲ ਮਲਟੀਪਲਾਈ ਕਰਦਾ ਤਾਂ ਕੀ ਬਣ ਜਾਊਗਾ? 4x²। ਇੱਥੇ 4 ਨਾਲ 4 ਕੈਂਸਲ ਹੋ ਜੂ, ਮਤਲਬ ਮੈਂ 4 ਨੂੰ ਇਕੱਲੀ ਟਰਮ ਨਾਲ ਮਲਟੀਪਲਾਈ ਕਰਤਾ। ਨੈਕਸਟ ਇੱਕ ਸਟੈਪ ਹੀ ਲਿਖ ਦਿੰਦੇ ਹਾਂ ਅਸੀਂ, 4 × 1/4x -4 × 1। ਇਹ ਹੋ ਗਿਆ ਤੁਹਾਡੇ ਕੋਲ 4x² -4 ਨਾਲ 4 ਕੈਂਸਲ, x -4। ਸਿਮਿਲਰ ਤੁਹਾਡੇ ਕੋਲ ਪਹਿਲਾਂ ਵਾਲੀ ਕੁਆਡਰੇਟਿਕ ਪੋਲੀਨੋਮੀਅਲ ਬਣ ਗਈ। ਓਕੇ, ਤਾਂ ਇਸ ਦੇ ਅੱਗੇ ਵੀ ਅਸੀਂ ਇੱਕ ਵਾਰ k ਲਗਾ ਕੇ ਲਿਖ ਦਾਂਗੇ, ਤਾਂ k ਇਜ਼ ਐਨੀ ਰੀਅਲ। ਇਸ ਤਰੀਕੇ ਨਾਲ ਅਸੀਂ ਕੋਈ ਵੀ ਕੁਆਡਰੇਟਿਕ ਪੋਲੀਨੋਮੀਅਲ ਫਾਈਂਡ ਆਊਟ ਕਰ ਸਕਦੇ ਹਾਂ ਜਦੋਂ ਸਾਨੂੰ ਸਮ ਐਂਡ ਪ੍ਰੋਡਕਟ ਗਿਵਨ ਹੋਵੇ। ਅੰਡਰਸਟੈਂਡ? ਤਾਂ ਤੁਸੀਂ ਦੋਵਾਂ ਦੇ ਵਿੱਚ ਕੋਈ ਵੀ ਇੱਕ ਮੈਥਡ ਚੂਜ਼ ਕਰ ਸਕਦੇ ਹੋ। ਫਸਟ ਮੈਥਡ ਵੀ ਬੈਸਟ ਆ, ਜੇ ਤੁਹਾਨੂੰ ਲੱਗਦਾ ਸੈਕੰਡ ਮੈਥਡ ਨਾਲ ਆਸਾਨ ਆ ਤਾਂ ਸੈਕੰਡ ਮੈਥਡ ਨਾਲ ਵੀ ਕਰ ਸਕਦੇ ਹੋ। ਓਕੇ, ਤਾਂ ਫਸਟ ਮੈਥਡ 'ਚ ਤੁਸੀਂ ਕੁਛ ਯਾਦ ਨਹੀਂ ਰੱਖਣਾ, ਸੈਕੰਡ ਮੈਥਡ 'ਚ ਤੁਹਾਨੂੰ ਇਹ ਰਿਲੇਸ਼ਨ ਯਾਦ ਰੱਖਣਾ ਪਊਗਾ, ਤਾਂ ਤੁਸੀਂ ਫਸਟ ਮੈਥਡ ਦੇ ਨਾਲ ਵੀ ਕਰ ਸਕਦੇ ਹੋ। ਆਈ ਥਿੰਕ ਫਸਟ ਮੈਥਡ ਇਜ਼ ਬੈਸਟ। ਓਕੇ, ਨੈਕਸਟ ਅਸੀਂ ਗੱਲ ਕਰਦੇ ਹਾਂ ਕਿਊਬਿਕ ਪੋਲੀਨੋਮੀਅਲ ਦੀ। ਕਿਊਬਿਕ ਪੋਲੀਨੋਮੀਅਲ ਦੀ ਜਰਨਲ ਫਾਰਮ ਅਸੀਂ ਆਲਰੇਡੀ ਡਿਸਕਸ ਕਰ ਲਈ। ਓਕੇ, ਮੈਂ ਦੁਬਾਰਾ ਲਿਖ ਦਿੰਦਾ, ਐਂਡ a cannot equal to 0। ਹੁਣ ਇਹ ਵੀ ਗੱਲ ਕਲੀਅਰ ਆ, x ਦੀ ਹਾਈਐਸਟ ਪਾਵਰ 3 ਹੈ ਜਾਂ ਕਿਊਬਿਕ ਪੋਲੀਨੋਮੀਅਲ ਆ, ਤਾਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਉਣਗੀਆਂ? ਨੰਬਰ ਆਫ ਜ਼ੀਰੋਜ਼ 3। ਓਕੇ, ਜਿਸ ਤਰੀਕੇ ਨਾਲ ਅਸੀਂ ਪਹਿਲਾਂ x alpha ਐਂਡ x beta ਦੋ ਲੈਟ ਕੀਤੀਆਂ ਸੀ, ਐਂਡ ਇੱਥੇ ਥਰਡ x is gamma। ਓਕੇ, ਤਾਂ ਗਾਮਾ ਹੁੰਦਾ ਤਾਂ ਅਸੀਂ ਡਿਸਕਸ ਕਰਦੇ ਹਾਂ ਰਿਲੇਸ਼ਨ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਮ ਆਫ ਜ਼ੀਰੋਜ਼। ਸਮ ਆਫ ਜ਼ੀਰੋਜ਼ ਕਿਸ ਦੀ ਇਕੁਅਲ ਹੋਣਗੀਆਂ? ਸਮ ਆਫ ਜ਼ੀਰੋਜ਼ ਮੀਨਸ ਅਲਫਾ + ਬੀਟਾ + ਗਾਮਾ। ਓਕੇ, ਤਿੰਨਾਂ ਦਾ ਸਮ ਕਿਸ ਦੇ ਇਕੁਅਲ ਹੋਊਗਾ? ਉੱਥੇ ਅਸੀਂ ਲਿਖਿਆ ਸੀ -b/a। ਸਿਮਿਲਰ ਇੱਥੇ ਵੀ ਸਾਡੇ ਕੋਲ ਕੀ ਆ? -b/a। -b/a, b ਕੀ ਆ? ਕੋਫੀਸ਼ੀਐਂਟ ਆਫ। ਓਕੇ, ਨੈਕਸਟ ਅਸੀਂ ਲਿਖਾਂਗੇ the sum of the products of zeros, the sum of the products of zeros taken two at a time, ਇਸ ਦਾ ਕੀ ਮਤਲਬ ਹੋ ਗਿਆ ਕਿ ਅਸੀਂ ਸਮ ਕਰਨਾ, ਕਦੋਂ ਸਮ ਕਰਨਾ? ਪ੍ਰੋਡਕਟ ਕਰਕੇ 2 ਜ਼ੀਰੋਜ਼ ਨੂੰ, 2 ਜ਼ੀਰੋਜ਼ ਦਾ ਪ੍ਰੋਡਕਟ ਕਰਕੇ। 3 ਜ਼ੀਰੋ ਸੀ, ਪਹਿਲਾਂ ਸੀ ਅਲਫਾ ਬੀਟਾ,
फिर असी बीटा गामा का प्रोडक्ट किया, फिर गामा अल्फा का प्रोडक्ट किया। अल्फा बीटा बीटा गामा ये की ने सिर्फ नंबर ऑफ जीरोज ने, तुहाडियां जीरोज ने, फस्ट जीरो सैकेंड जीरो एंड थर्ड जीरो जिहड़ियां एक्स दी वैल्यूज आउणगियां। ये किहदे इक्वल हुंदा, इस नूं असीं किहदे इक्वल लिखांगे सी ओवर ए। इसकी हेल्प के नाल असीं क्वेश्चन सॉल्व करते हैं। ये ऑप्शनल एक्सरसाइज दे विचों लिया मैं क्वेश्चन। फाइंड द क्यूबिक पॉलीनोमियल विद द सम एंड सम ऑफ प्रोडक्ट ऑफ इट्स जीरोस टेकन टू एट अ टाइम एंड द प्रोडक्ट ऑफ जीरोस दिस आर रिस्पैक्टिवली। ये सानू गिवन आ, असीं फाइंड आउट करनी आ पॉलीनोमियल। की गिवन आ साडे कोल सोल्यूशन। पहला सानू गिवन आ सम ऑफ जीरोस। सम ऑफ जीरोस तुहाडे कोल मीनस अल्फा प्लस बीटा प्लस गामा कितना 2 गिवन, and then sum of the product of zeros taken 2 at a time ये कितना गिवन है तुहाडे कोले -7। मतलब कि सी इहदा अल्फा बीटा बीटा गामा एंड गामा अल्फा ये कितना गिवन है तुहाडे कोल -7। ओके, एंड लास्ट वन इज प्रोडक्ट ऑफ जीरोस। प्रोडक्ट ऑफ जीरोस की सी तुहाडे कोल अल्फा बीटा एंड गामा इज इक्वल टू -14। ओके, -14। तो इसनूं हुण सॉल्व करना ते असीं क्यूबिक पॉलीनोमियल दसनी है की होगी। ओके, जिस तरीके नाल असीं पहला क्वेश्चन किया क्वाड्रेटिक पॉलीनोमियल उस तरीके नाल ही सॉल्व करांगे। ते अल्फा प्लस बीटा प्लस गामा एक इक्वल सी -b ओवर a दे एंड एक इक्वल सी c ओवर a दे एंड लास्ट वन इज -d ओवर a। तो हुण असीं सब तो पहला इसनूं कंपेयर करके ए बी सी डी की वैल्यू फाइंड आउट कर लैंदे आ। तो तुसीं सब तो पहला चैक करनी है वैल्यू ए वाली। ए इत्थे भी ए आ तिन्हां दे विच ए आ, मतलब इत्थे डिनोमीनेटर सेम होना चाहिए। तिन्हां दा डिनोमीनेटर 1 आ, तो कंपेयर करके ए दी वैल्यू कितनी आएगी 1। नाउ कंपेयर द वैल्यू ऑफ बी। इत्थे माइनस का साइन लिखा तो मैं -b लिख लेना। -b इज इक्वल टू 2, दैन सी की वैल्यू -7, दैन -d इज इक्वल टू -14। ए कितना आ गया तुहाडे कोल 1 आ गया, बी कितना आ गया -2 आ गया, सी की वैल्यू आ गई -7, डी की वैल्यू माइनस नाल कैंसल 14। तो क्यूबिक पॉलीनोमियल की हुंदी सी ax³ प्लस bx² प्लस cx प्लस d। ओके, तो मैं इत्थे वैल्यूज पुट कर देना। ये हो जू तुहाडे कोल 1 पुट करांगे इट मीन x³, b की वैल्यू -2 x², c की वैल्यू -7 7x, d 14। ये तुहाडी क्यूबिक पॉलीनोमियल। ओके, तो जे असीं इसकी जरनल फॉर्म लिखनी होवे कि होर पॉलीनोमियल्स किहड़ियां आउणगियां तो असीं इसनूं k नाल मल्टीप्लाई कर देंगे जां k असीं कॉमन ले लांगे। उहदा लॉजिक है तुहानूं मैं दसदा क्यों लई आ। एंड k की होगी k इज़
ਐਨੀ ਰੀਅਲ ਨੰਬਰ। ਓਕੇ, ਤਾਂ ਇਸ ਤਰੀਕੇ ਨਾਲ ਅਸੀਂ ਇਹ ਐਕਸਰਸਾਈਜ਼ ਕੀਤੀ ਹੈ। ਜੇ ਕਿਸੇ ਬੱਚੇ ਨੂੰ ਕੋਈ ਡਾਊਟ ਆ ਤਾਂ ਉਹ ਪਰਸਨਲੀ ਪੁੱਛ ਸਕਦਾ, ਤਾਂ ਕਲੀਅਰ ਕਰ ਦੂੰਗਾ। ਓਕੇ, ਥੈਂਕ ਯੂ।